ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਲੈਕਚਰਰ ਕੈਡਰ ਬਾਇਓਲੋਜੀ। ਅੱਜ ਆਪਾਂ ਪੜਾਂਗੇ ਟਿਸ਼ੂ ਸਿਸਟਮਸ, ਜੋ ਕਿ 6th ਵੀਡੀਓ ਆ ਗਈ ਹੈ। ਸੋ ਪਿਛਲੀਆਂ 5 ਵੀਡੀਓਜ਼ 'ਚ ਆਪਾਂ ਬਹੁਤ ਸਾਰੇ ਐਮਸੀਕਿਊਜ਼ ਕਵਰ ਕੀਤੇ ਹੈ ਐਂਡ ਮੈਂ ਤੁਹਾਨੂੰ ਦੱਸਣਾ ਸੀ ਕਿ ਆਪਾਂ ਜੋ ਗ੍ਰੈਜੂਏਸ਼ਨ ਲੈਵਲ ਤੱਕ ਦਾ ਜੋ ਸਿਲੇਬਸ ਹੈ ਉਹ ਆਪਾਂ ਹੁਣ ਕਵਰ ਕਰਾਂਗੇ। ਉਹਦੇ ਤੇ ਡਿਟੇਲਡ ਵੀਡੀਓਜ਼ ਆਣਗੀਆਂ, ਬਟ ਤੁਹਾਨੂੰ ਪਹਿਲਾਂ ਚੈਨਲ ਨੂੰ ਕਰਨਾ ਪੈਣਾ ਸਬਸਕ੍ਰਾਈਬ, ਫਿਰ ਹੀ ਵੀਡੀਓਜ਼ ਆਣਗੀਆਂ ਨਾ ਤੁਹਾਡੇ ਲਈ। ਸੋ ਹਿੱਟ ਦਾ ਸਬਸਕ੍ਰਾਈਬ ਬਟਨ ਐਂਡ ਆਓ ਆਪਾਂ ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਤਾਂ ਸਭ ਤੋਂ ਪਹਿਲਾਂ ਤੁਸੀਂ ਇੰਟਰੋਡਕਸ਼ਨ ਲੈ ਲਓ ਟਿਸ਼ੂ ਸਿਸਟਮ ਇਨ ਪਲਾਂਟਸ। ਓਕੇ, ਸੋ ਆਪਾਂ ਪਲਾਂਟਸ ਬਾਰੇ ਪੜ੍ਹ ਰਹੇ ਹਾਂ ਨਾ, ਤਾਂ ਸਪੋਜ਼ ਕਰੋ ਜੋ ਪਲਾਂਟ ਦੀ ਸਟੈਮ ਹੈ ਉਹ ਗਰੋ ਕਰਦੀ ਹੈ। ਸੋ ਜਿਹੜੀ ਸਟੈਮ ਦੀ ਟਿਪ ਹੁੰਦੀ ਹੈ ਨਾ, ਟਿਪ ਤੇ ਕੋਈ ਨਾ ਕੋਈ ਟਿਸ਼ੂ ਤਾਂ ਪ੍ਰੈਜ਼ੈਂਟ ਹੋਏਗਾ ਹੀ, ਜੋ ਕਿ ਉਸ ਦੀ ਲੈਂਥ ਨੂੰ ਇਨਕਰੀਜ਼ ਕਰ ਰਿਹਾ ਹੈ। ਸੋ ਜਿਹੜੇ ਟਿਪਸ ਤੇ ਜੋ ਟਿਸ਼ੂ ਪ੍ਰੈਜ਼ੈਂਟ ਹੁੰਦਾ ਹੈ, ਉਹਦੇ ਵਿੱਚ ਜਿਹੜੇ ਸੈੱਲ ਹੁੰਦੇ ਆ ਉਹ ਬਹੁਤ ਫਾਸਟ ਡਿਵਾਈਡ ਕਰਦੇ ਆ, ਐਕਟਿਵਲੀ ਡਿਵਾਈਡ ਕਰਦੇ ਆ। ਤਾਂ ਸੈੱਲਸ ਨੂੰ ਆਪਾਂ ਕੀ ਬੋਲਦੇ ਆ? ਨਾਟ ਸੈਲਸ, ਟਿਸ਼ੂਜ਼ ਨੂੰ ਆਪਾਂ ਕੀ ਬੋਲਦੇ ਆ? ਮੈਰਿਸਟਮੈਟਿਕ ਟਿਸ਼ੂਜ਼। ਓਕੇ, ਸੋ ਉਹਦੇ ਵਿੱਚ ਐਕਟਿਵਲੀ ਡਿਵਾਈਡਿੰਗ ਸੈਲਸ ਹੁੰਦੇ ਆ। ਸੋ ਉਹ ਜਿਹੜੇ ਸੈਲਸ ਹੁੰਦੇ ਆ ਉਹਨਾਂ ਦੀ ਸੈੱਲ ਵਾਲ ਬਹੁਤ ਥਿਨ ਹੁੰਦੀ ਹੈ, ਥਿਨ, ਐਂਡ ਉਹਦੇ ਵਿੱਚ ਇੰਟਰਸੈਲੂਲਰ ਸਪੇਸ ਵੀ ਨਹੀਂ ਹੁੰਦੀ। ਓਕੇ, ਐਂਡ ਇਹਦਾ ਜੋ ਨਿਊਕਲੀਅਸ ਹੈ ਉਹ ਬਹੁਤ ਹੀ ਪ੍ਰੋਮੀਨੈਂਟ ਵਿਜ਼ੀਬਲ ਹੁੰਦਾ। ਓਕੇ, ਪਰਮਾਨੈਂਟ ਟਿਸ਼ੂ ਸਿਸਟਮ ਜੋ ਹੈ, ਦੇਖੋ ਇਹ ਜੋ ਮੈਰਿਸਟਮੈਟਿਕ ਸੈਲਸ ਹੈ ਇਹ ਹਮੇਸ਼ਾ ਲਈ ਤਾਂ ਨਹੀਂ ਨਾ ਡਿਵਾਈਡ ਕਰੀ ਜਾਣਗੇ, ਕਦੇ ਤਾਂ ਗਰੋਥ ਰੁਕੇਗੀ ਨਾ ਇਹਨਾਂ ਦੀ। ਸੋ ਜਦੋਂ ਇਹਨਾਂ ਦੀ ਗਰੋਥ ਰੁਕੇਗੀ ਤਾਂ ਇਹ ਕੋਈ ਨਾ ਕੋਈ ਫੰਕਸ਼ਨ ਪਰਫਾਰਮ ਕਰਨ ਲੱਗ ਜਾਣਗੇ, ਕੋਈ ਸ਼ੇਪ, ਕੋਈ ਸਾਈਜ਼, ਇਹ ਕੋਈ ਅਟੇਨ ਕਰ ਲੈਣਗੇ ਐਂਡ ਦੇ ਸਟਾਰਟ ਪਰਫਾਰਮਿੰਗ ਅ ਫੰਕਸ਼ਨ। ਸੋ ਹੁਣ ਉਹ ਡਿਵਾਈਡ ਨਹੀਂ ਕਰਨਗੇ, ਠੀਕ ਹੈ। ਸੋ ਉਹਨਾਂ ਦੀ ਜਿਹੜੀ ਡਿਵੀਜ਼ਨ ਦੀ ਪਾਵਰ ਹੈ ਉਹ ਲੂਜ਼ ਹੋ ਜਾਏਗੀ ਐਂਡ ਓਵਰ ਜੋ ਟਿਸ਼ੂਜ਼ ਹੈ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਪਰਮਾਨੈਂਟ ਟਿਸ਼ੂਜ਼। ਓਕੇ, ਥਰਡ ਕੀ ਹੈ? ਪ੍ਰੋਟੈਕਟਿਵ ਟਿਸ਼ੂ। ਤਾਂ ਪ੍ਰੋਟੈਕਟਿਵ ਮਤਲਬ ਬਚਾ ਕੇ ਰੱਖਣਾ। ਸੋ ਪਲਾਂਟ ਦੇ ਪਾਰਟਸ ਦੀ ਬਿਲਕੁਲ ਬਾਹਰ ਵਾਲੀ ਜੋ ਲੇਅਰ ਹੈ, ਜਿਹਨੂੰ ਆਪਾਂ ਐਪੀਡਰਮਿਸ ਵੀ ਕਹਿ ਸਕਦੇ ਹਾਂ, ਸੋ ਉਹ ਜੋ ਲੇਅਰ ਹੈ ਉਹ ਪਲਾਂਟ ਦੇ ਅੰਦਰ ਵਾਲੇ ਪਾਰਟਸ ਨੂੰ ਬਚਾ ਕੇ ਰੱਖਦੀ ਹੈ। ਸੋ ਉਹ ਕੀ ਹੋ ਜਾਏਗੀ? ਪ੍ਰੋਟੈਕਟਿਵ ਟਿਸ਼ੂਜ਼। ਓਕੇ, ਐਂਡ ਉਸ ਤੋਂ ਇਲਾਵਾ ਲਾਸ ਆਫ ਵਾਟਰ ਮੀਨਸ ਪਾਣੀ ਬਿਲਕੁਲ ਬਾਹਰ ਨਾ ਚਲਾ ਜਾਵੇ ਪਲਾਂਟ ਤੋਂ, ਪਲਾਂਟ ਨੂੰ ਕੋਈ ਇਨਫੈਕਸ਼ਨ ਨਾ ਹੋ ਜੇ, ਸੋ ਉਹਦੇ ਲਈ ਵੀ ਪ੍ਰੋਟੈਕਟਿਵ ਟਿਸ਼ੂ ਹੈਲਪ ਕਰਦਾ ਹੈ। ਸੋ ਨੈਕਸਟ ਇਜ਼ ਮੈਰਿਸਟਮੈਟਿਕ ਟਿਸ਼ੂਜ਼। ਆਪਾਂ ਫਸਟ ਟਿਸ਼ੂ ਹੁਣੇ ਪੜਿਆ ਨਾ, ਮੈਰਿਸਟਮੈਟਿਕ ਟਿਸ਼ੂਜ਼, ਜਿਹਦੇ ਵਿੱਚ ਐਕਟਿਵਲੀ ਡਿਵਾਈਡਿੰਗ ਸੈੱਲ ਹੁੰਦੇ ਆ, ਸੈੱਲ ਵਾਲ ਥਿਨ ਹੁੰਦੀ ਹੈ, ਡੈਂਸ ਸਾਈਟੋਪਲਾਜ਼ਮ ਹੁੰਦਾ ਉਹਨਾਂ ਦਾ, ਐਂਡ ਪ੍ਰੋਮੀਨੈਂਟ ਨਿਊਕਲੀਅਸ। ਓਕੇ, ਸੋ ਉਹਦੀਆਂ ਨਾ ਫਰਦਰ 3 ਟਾਈਪਸ ਹੈ। ਅੱਛਾ, ਜੋ ਸ਼ੂਟ ਹੈ, ਸ਼ੂਟ ਦੀ ਟਿਪ ਹੈ, ਟਿਪ ਤੇ ਕਿਹੜਾ ਟਿਸ਼ੂ ਪ੍ਰੈਜ਼ੈਂਟ ਹੋਏਗਾ? ਐਪੀਕਲ ਮੈਰਿਸਟਮ। ਅਗਰ ਇਨ ਬਿਟਵੀਨ ਇਧਰੋਂ ਲੀਫ ਅਰਾਈਜ਼ ਹੋ ਰਹੀਆਂ ਤਾਂ ਉਹ ਵਾਲੇ ਜੋ ਪਾਰਟਸ, ਜੋ ਟਿਸ਼ੂ ਹੋਏਗਾ ਉਹ ਹੁੰਦਾ ਇੰਟਰਕੈਲਰੀ ਮੈਰਿਸਟਮ, ਜੋ ਕਿ ਲੈਂਥ ਨੂੰ ਇਨਕਰੀਜ਼ ਕਰਦਾ ਹੈ। ਫਿਰ ਆ ਗਿਆ ਲੇਟਰਲ ਮੈਰਿਸਟਮ। ਸੋ ਉਹਨਾਂ ਸਟੈਮ ਹੈ, ਸਟੈਮ ਦੇ ਸਾਈਡਸ ਤੇ ਇੱਕ ਟਿਸ਼ੂ ਪ੍ਰੈਜ਼ੈਂਟ ਹੁੰਦਾ ਹੈ ਜੋ ਕਿ ਪਲਾਂਟ ਨੂੰ ਵਾਈਡ ਕਰ ਦਿੰਦਾ ਹੈ, ਉਹਦੀ ਗਰਥ ਨੂੰ ਇਨਕਰੀਜ਼ ਕਰ ਦਿੰਦਾ ਹੈ। ਸੋ ਉਹ ਟਿਸ਼ੂ ਕਿਹੜਾ ਹੁੰਦਾ? ਲੇਟਰਲ ਮੈਰਿਸਟਮ। ਸੋ ਇਮੇजेस 'ਚ ਤੁਸੀਂ ਦੇਖ ਸਕਦੇ ਹੋ 3 ਟਾਈਪਸ ਆਫ ਮੈਰਿਸਟਮਸ ਕਿੱਥੇ ਕਿੱਥੇ ਲੋਕੇਟਡ ਹੈ। ਓਕੇ, ਨੈਕਸਟ ਇਜ਼ ਪਰਮਾਨੈਂਟ ਟਿਸ਼ੂਜ਼। ਓਕੇ, ਸੋ ਪਰਮਾਨੈਂਟ ਟਿਸ਼ੂਜ਼, ਉਹਦੇ ਵਿੱਚ ਜਿਹੜੇ ਸੈਲਸ ਹੁੰਦੇ ਆ ਲੂਜ਼ ਦ ਪਾਵਰ ਆਫ ਡਿਵੀਜ਼ਨ ਐਂਡ ਅਟੇਨ ਅ ਪਰਮਾਨੈਂਟ ਸ਼ੇਪ, ਸਾਈਜ਼ ਐਂਡ ਫੰਕਸ਼ਨ। ਓਕੇ, ਨਾਓ ਇਹਦੀਆਂ ਜਿਹੜੀਆਂ 2 ਟਾਈਪਸ ਹੈ ਉਹ ਹੈ ਸਿੰਪਲ ਪਰਮਾਨੈਂਟ ਤੇ ਕੰਪਲੈਕਸ ਪਰਮਾਨੈਂਟ। ਸੋ ਸਿੰਪਲ ਪਰਮਾਨੈਂਟ ਨੇਮ ਤੋਂ ਹੀ ਪਤਾ ਲੱਗ ਰਿਹਾ ਕਿ ਇਹ ਸਿੰਪਲ ਹੋਣਗੇ। ਸਿੰਪਲ ਮੀਨਸ ਇਹਨਾਂ ਦੇ ਵਿੱਚ ਹੋਰ ਕੋਈ ਸੈੱਲ ਨਹੀਂ ਹੋਏਗਾ ਇਹਨਾਂ ਦੇ ਆਪਣੇ ਸੈਲਸ ਤੋਂ ਇਲਾਵਾ। ਮੀਨਸ ਪੇਰਨਕਾਈਮਾ 'ਚ ਇੱਕੋ ਹੀ ਤਰ੍ਹਾਂ ਦੇ ਸੈਲਸ ਹੈ ਸਾਰੇ, ਕੋਲਨਕਾਈਮਾ 'ਚ ਸਾਰੇ ਸੈਲਸ ਇੱਕੋ ਤਰ੍ਹਾਂ ਦੇ ਹੀ ਹੈ। ਬਟ ਜਿਹੜਾ ਆਪਾਂ ਇੱਧਰਲੀ ਸਾਈਡ ਕੰਪਲੈਕਸ ਪਰਮਾਨੈਂਟ ਦੇਖਦੇ ਹਾਂ ਤੇ ਇਹਦੇ ਵਿੱਚ ਦੇਖੋ ਲੇਬਲਿੰਗ ਕਿੰਨੀ ਸਾਰੀ ਕੀਤੀ ਹੋਈ ਹੈ ਨਾ। ਸੋ ਜ਼ਾਈਲਮ ਹੈ, ਫਲੋਇਮ ਹੈ, ਇਹ ਜੋ ਹੈ ਇਹਦੇ ਵਿੱਚ ਫਰਦਰ ਸੈੱਲ ਦੇ ਟਾਈਪਸ ਹੁੰਦੇ ਆ, ਠੀਕ ਹੈ। ਬਟ ਸਿੰਪਲ ਪਰਮਾਨੈਂਟ ਓਨਲੀ 1 ਟਾਈਪ ਆਫ ਸੈਲਸ। ਸੋ ਪੇਰਨਕਾਈਮਾ ਕੀ ਹੈ? ਦੇਖੋ ਲਿਵਿੰਗ ਸੈੱਲ ਹੈ, ਥਿਨ ਹੁੰਦੀ ਹੈ ਇਹਨਾਂ ਦੀ ਸੈੱਲ ਵਾਲ, ਐਂਡ ਜੋ ਇਹਦਾ ਮੇਨ ਫੰਕਸ਼ਨ ਹੈ ਉਹ ਕੀ ਹੈ? ਸਟੋਰੇਜ, ਫੋਟੋਸਿੰਥੇਸਿਸ ਤੇ ਹੀਲਿੰਗ। ਹੀਲਿੰਗ ਮਤਲਬ ਅਗਰ ਕੋਈ ਸਪੋਜ਼ ਕਰੋ ਕੋਈ ਐਨੀਮਲ ਪਲਾਂਟ ਨੂੰ ਖਾ ਗਿਆ, ਪਲਾਂਟ ਦੇ ਕਿਸੇ ਪਾਰਟ ਨੂੰ ਖਾ ਲਿਆ ਉਹਨੇ, ਸੋ ਹੁਣ ਉਹ ਪਾਰਟ ਦੁਆਰਾ ਰੀਜਨਰੇਟ ਹੋਏਗਾ ਤਾਂ ਕਿਹੜੇ ਸੈਲਸ ਜਨਰੇਟ ਹੋਣਗੇ? ਪੇਰਨਕਾਈਮਾ। ਓਕੇ, ਕੋਲਨਕਾਈਮਾ ਕੀ ਹੈ? ਇਹ ਫਲੈਕਸੀਬਿਲਿਟੀ ਪ੍ਰੋਵਾਈਡ ਕਰਦਾ, ਬਿਕੋਜ਼ ਇਹਦੇ ਜੋ ਸੈਲਸ ਹੁੰਦੇ ਆ ਉਹਦੀਆਂ ਜਿਹੜੀਆਂ ਵਾਲਸ ਹੁੰਦੀਆਂ ਉਹ ਕਾਰਨਰ ਤੋਂ ਥਿਕ ਹੁੰਦੀਆਂ, ਠੀਕ ਹੈ, ਥਿਕ ਵਾਲਸ ਫਰੋਮ ਦ ਕਾਰਨਰਸ, ਉਹਦੇ ਕਰਕੇ ਜੋ ਹੈ ਇਹ ਪਲਾਂਟ ਨੂੰ ਫਲੈਕਸੀਬਿਲਿਟੀ ਪ੍ਰੋਵਾਈਡ ਕਰਦਾ ਹੈ। ਦੈਨ ਆ ਗਿਆ ਸਕਲੇਰਨਕਾਈਮਾ। ਸਕਲੇਰਨਕਾਈਮਾ ਦੀ ਵਾਲਸ ਵੀ ਬਹੁਤ ਥਿਕ ਹੁੰਦੀਆਂ, ਇਹ ਡੈਡ ਸੈਲਸ ਹੁੰਦੇ ਆ, ਇਹ ਵੀ ਪਲਾਂਟ ਨੂੰ ਸਟਰੈਂਥ ਪ੍ਰੋਵਾਈਡ ਕਰਦੇ ਆ, ਠੀਕ ਹੈ। ਦੈਨ ਆ ਗਿਆ ਸਕਲੇਰੀਡਸ। ਸਕਲੇਰੀਡਸ ਵੀ ਸਕਲੇਰਨਕਾਈਮਾ ਦਾ ਹੀ ਪਾਰਟ ਹੈ ਕਾਈਂਡ ਆਫ। ਸੋ ਇਹ ਵੀ ਕੀ ਕਰਦੇ ਆ? ਪਲਾਂਟ ਨੂੰ ਸਟਰੈਂਥ ਪ੍ਰੋਵਾਈਡ ਕਰਦੇ ਆ। ਕੰਪਲੈਕਸ ਪਰਮਾਨੈਂਟ 'ਚ ਆਪਾਂ ਦੇਖਦੇ ਹਾਂ ਜ਼ਾਈਲਮ, ਜੋ ਕਿ ਵਾਟਰ ਤੇ ਮਿਨਰਲਸ ਨੂੰ ਟਰਾਂਸਪੋਰਟ ਕਰਦਾ ਹੈ। ਉਹਦੀਆਂ ਫਰਦਰ ਕਿਹੜੀਆਂ ਟਾਈਪਸ ਹੈ? ਟਰਕੀਡਸ, ਵੈਸਲਸ, ਜ਼ਾਈਲਮ ਪੇਰਨਕਾਈਮਾ ਤੇ ਜ਼ਾਈਲਮ ਫਾਈਬਰਸ। ਫਲੋਇਮ ਕੀ ਟਰਾਂਸਪੋਰਟ ਕਰਦਾ? ਫੂਡ, ਕਿਹਦੇ ਤੋਂ? ਲੀਵਸ ਤੋਂ ਲੈ ਕੇ ਬਾਕੀ ਪਾਰਟਸ ਤੱਕ, ਠੀਕ ਹੈ।
ਸੋ ਉਹਦੇ ਜਿਹੜੇ ਪਾਰਟਸ ਆ ਉਹ ਕੀ ਹੈ, ਸੀਵ ਟਿਊਬਸ, ਕੰਪੈਨੀਅਨ ਸੈਲਸ, ਫਲੋਇਮ ਪੈਰਨਕਾਈਮਾ ਤੇ ਫਲੋਇਮ ਫਾਈਬਰਸ। ਦੇਖੋ ਐਮਸੀਕਿਊਜ਼ ਚ ਕੁਐਸਚਨ ਆ ਸਕਦਾ ਹੈ ਕਿ ਵਿਚ ਆਫ ਦ ਫੋਲੋਇੰਗ ਡਜ਼ ਨਾਟ ਬਿਲੋਂਗ ਟੂ ਜ਼ਾਈਲਮ। ਤੁਹਾਨੂੰ ਫਲੋਇਮ ਦੇ ਸਾਰੇ ਪਾਰਟਸ ਦਿੱਤੇ ਹੋਣਗੇ, ਜ਼ਾਈਲਮ ਦੇ, ਸੋ ਉਹਦੇ ਵਿੱਚ ਇੱਕ ਆਪਸ਼ਨ ਰੋਂਗ ਹੋਏਗਾ। ਸੋ ਅਕੋਰਡਿੰਗਲੀ ਤੁਸੀਂ ਮਾਰਕ ਕਰਨਾ ਹੈ, ਤਾਂ ਤੁਹਾਨੂੰ ਸਾਰੇ ਦੇ ਸਾਰੇ ਪਾਰਟਸ ਜੋ ਹੈ ਉਹ ਯਾਦ ਹੋਣੇ ਚਾਹੀਦੇ ਹੈ। ਓਕੇ, ਨੈਕਸਟ ਪ੍ਰੋਟੈਕਟਿਵ ਟਿਸ਼ੂਜ਼। ਤਾਂ ਪ੍ਰੋਟੈਕਟਿਵ ਟਿਸ਼ੂਜ਼ ਕੀ ਕਰਨਗੇ, ਪਲਾਂਟ ਨੂੰ ਪ੍ਰੋਟੈਕਸ਼ਨ ਦੇਣਗੇ। ਉਹ ਹੁੰਦਾ ਐਪੀਡਰਮਿਸ ਤੇ ਕੋਰਕ। ਸੋ ਐਪੀਡਰਮਿਸ ਜਿਹੜੀ ਬਿਲਕੁਲ ਬਾਹਰ ਵਾਲੀ ਲੇਅਰ ਹੈ ਯੰਗ ਪਲਾਂਟ ਦੀ, ਠੀਕ ਹੈ, ਜੋ ਯੰਗ ਹੈ ਹਾਲੇ ਪਲਾਂਟ। ਕੋਰਕ ਬਿਲਕੁਲ ਜਦੋਂ ਪਲਾਂਟ ਓਲਡ ਹੋ ਗਿਆ ਤਾਂ ਉਹਦੇ ਜੋ ਬਾਹਰ ਵਾਲੀ ਲੇਅਰ ਹੈ, ਤੁਸੀਂ ਦੇਖਿਆ ਹੋਣਾ ਪਲਾਂਟ ਦੀ ਟਰੰਕ ਹੁੰਦੀ ਹੈ ਨਾ, ਸੋ ਟਰੰਕ ਬਹੁਤ ਹਾਰਡ ਹੁੰਦੀ ਹੈ, ਤਾਂ ਉਹ ਕੀ ਕਾਦੀ ਬਣੀ ਹੋਈ ਹੈ, ਕੋਰਕ ਦੀ ਬਣੀ ਹੋਈ ਹੈ। ਓਕੇ, ਸੋ ਕੀ ਹੁੰਦਾ ਪ੍ਰੋਟੈਕਟਿਵ ਟਿਸ਼ੂ ਸਿਸਟਮ। ਸੋ ਲੈਟ ਅਸ ਸਟਾਰਟ ਵਿਦ ਦ ਫਰਸਟ MCQ ਆਫ ਦਿਸ ਸੈਸ਼ਨ। ਓਕੇ, which tissue system is represented by xylem and phloem। ਹਾਂਜੀ, ਹੁਣੇ ਆਪਾਂ xylem ਤੇ phloem ਪੜ੍ਹ ਕੇ ਆਏ ਆ ਨਾ, ਉਹ ਕਿਹੜੇ ਟਿਸ਼ੂ ਸਿਸਟਮ ਦਾ ਪਾਰਟ। ਤਾਂ ਦੇਖੋ ਐਪੀਡਰਮਲ ਟਿਸ਼ੂ, ਐਪੀਡਰਮਲ ਤਾਂ ਉਹ ਹੁੰਦਾ ਐਪੀਡਰਮਿਸ ਤੇ ਕੋਰਕ। ਗਰਾਊਂਡ ਟਿਸ਼ੂ ਚ ਆ ਜਾਂਦੇ ਆਪਣੇ ਪੇਰਨਕਾਈਮਾ, ਕੋਲਨਕਾਈਮਾ ਤੇ ਸਕਲੇਰਨਕਾਈਮਾ। ਸੋ ਕਰੈਕਟ ਆਂਸਰ ਕੀ ਆਏਗਾ, ਆਪਸ਼ਨ ਸੀ, ਵੈਸਕੂਲਰ ਟਿਸ਼ੂ ਸਿਸਟਮ। ਸੋ ਵੈਸਕੂਲਰ ਟਿਸ਼ੂ ਦੇ ਵਿੱਚ ਹੀ ਆਉਂਦੇ ਆ xylem and phloem। ਸੋ ਨੈਕਸਟ ਇਜ਼ a vascular bundle having phloem on both sides of xylem। ਓਕੇ, ਇੱਕ ਵੈਸਕੂਲਰ ਬੰਡਲ ਦੇ ਵਿੱਚ xylem ਤੇ phloem ਹੁੰਦੇ ਆ। ਕੁਐਸਚਨ ਹੈ ਕਿ xylem ਦੇ ਦੋਨੋਂ ਸਾਈਡ ਤੇ phloem ਮੀਨਸ ਸਪੋਜ਼ ਇੱਥੇ xylem ਹੈ, ਇਹ xylem ਹੈ, ਇੱਥੇ ਵੀ phloem, ਇੱਥੇ ਵੀ phloem। ਸੋ ਇਦਾਂ ਦੇ ਜੋ ਵੈਸਕੂਲਰ ਬੰਡਲਸ ਹੈ ਆਪਾਂ ਉਹਨਾਂ ਨੂੰ ਕੀ ਬੋਲਦੇ ਆ, ਆਪਾਂ ਉਹਨਾਂ ਨੂੰ ਬੋਲਦੇ ਆ ਬਾਈਕੋਲੈਟਰਲ ਵੈਸਕੂਲਰ ਬੰਡਲਸ। ਸੋ ਵੈਸਕੂਲਰ ਬੰਡਲਸ ਦੇ ਇਹ ਵਾਲੇ ਟਾਈਪਸ ਹੋ ਸਕਦੇ ਆ। ਸਿੰਪਲ ਹੈ ਮੀਨਸ xylem ਤੇ phloem ਅਲੱਗ-ਅਲੱਗ ਹੈ। ਤਾਂ ਇਮੇਜ ਵਿੱਚ ਜੋ ਗ੍ਰੀਨ ਕਲਰ ਦਾ ਹੈ ਉਹ xylem ਹੈ, ਜੋ ਯੈਲੋ ਕਲਰ ਦਾ ਹੈ ਉਹ phloem ਹੈ। ਤੇ ਇਹ ਤਾਂ ਆਪਸ ਵਿੱਚ ਟੱਚ ਵੀ ਨਹੀਂ ਕਰ ਰਹੇ, ਸੋ ਇਹ ਤਾਂ ਸਿੰਪਲ ਟਾਈਪ ਦੇ ਵੈਸਕੂਲਰ ਬੰਡਲਸ ਹੈ। ਜਿਹੜੇ ਕੰਪਾਊਂਡ ਟਾਈਪ ਦੇ ਹੁੰਦੇ ਵੈਸਕੂਲਰ ਬੰਡਲਸ, ਉਹਦੇ ਵਿੱਚ ਦੇਖੋ ਕਨਸੈਂਟਰਿਕ ਤੇ ਕੋਲੈਟਰਲ। ਓਕੇ, ਕਨਸੈਂਟਰਿਕ ਪਤਾ ਨਾ ਤੁਹਾਨੂੰ, ਸਰਕਲਸ ਹੁੰਦੇ ਕਨਸੈਂਟਰਿਕ ਜਿਨ੍ਹਾਂ ਦਾ ਸੈਂਟਰ ਸੇਮ ਹੁੰਦਾ ਹੈ, ਠੀਕ ਹੈ। ਸੋ ਇਹਦੇ ਵਿੱਚ ਦੇਖੋ ਅਗਰ xylem ਸੈਂਟਰ ਦੇ ਵਿੱਚ ਹੈ ਨਾ ਤਾਂ ਉਹਨੂੰ ਆਪਾਂ ਬੋਲਦੇ ਹਾਂ ਹੈਡਰੋਸੈਂਟਰਿਕ। ਅਗਰ phloem ਸੈਂਟਰ ਦੇ ਵਿੱਚ ਹੈ ਉਹਨੂੰ ਆਪਾਂ ਬੋਲਦੇ ਹਾਂ ਲੈਪਟੋਸੈਂਟਰਿਕ। ਓਕੇ, ਕੋਲੈਟਰਲ ਦੇ ਵਿੱਚ ਦੋਨੋਂ ਸੇਮ ਰੇਡੀਅਸ ਤੇ ਨਹੀਂ ਹੈ। ਕੋਲੈਟਰਲ 'ਚ ਦੇਖੋ ਇਹ ਜੋ orange ਕਲਰ ਦਿਖਾਇਆ ਹੋਇਆ ਹੈ ਗ੍ਰੀਨ ਤੇ ਯੈਲੋ ਦੇ ਵਿੱਚ, ਉਹ ਕੀ ਹੈ, ਪ੍ਰੋਕੈਂਬੀਅਮ, ਠੀਕ ਹੈ, ਕੈਂਬੀਅਮ ਹੈ। ਤੇ ਕੈਂਬੀਅਮ ਕੀ ਕਰਦਾ ਹੈ, ਸੈਕੰਡਰੀ ਗਰੋਥ ਕਰਦਾ ਹੈ ਪਲਾਂਟ ਦੀ, ਠੀਕ ਹੈ। ਸੋ ਇਹ ਕੀ ਹੈ, ਕੋਲੈਟਰਲ ਓਪਨ ਉਦੋਂ ਹੋਏਗਾ ਅਗਰ ਕੈਂਬੀਅਮ ਪ੍ਰੈਜ਼ੈਂਟ ਹੈ xylem ਤੇ phloem ਦੇ ਵਿੱਚ। ਇਹ ਕੀ ਹੈ, ਕੋਲੈਟਰਲ ਕਲੋਜ਼ਡ ਕਦੋਂ ਹੋਏਗਾ, ਜਦੋਂ ਕੈਂਬੀਅਮ ਐਬਸੈਂਟ ਹੋਏਗਾ। ਤਾਂ ਕੈਂਬੀਅਮ ਨਹੀਂ ਹੈ ਤਾਂ ਸੈਕੰਡਰੀ ਗਰੋਥ ਵੀ ਨਹੀਂ ਹੋਏਗੀ। ਸੋ ਇਹਨਾਂ ਦੇ ਜੋ ਵੈਸਕੂਲਰ ਬੰਡਲ ਹੈ ਉਹ ਕਿਹੜੇ ਹੈ, ਕੋਲੈਟਰਲ ਕਲੋਜ਼ਡ। ਇਹ ਹੈ ਬਾਈਕੋਲੈਟਰਲ ਮੀਨਸ ਜੋ phloem ਹੈ ਉਹ ਦੋਨੋਂ ਸਾਈਡ ਪ੍ਰੈਜ਼ੈਂਟ ਹੈ, ਠੀਕ ਹੈ, ਦੋਨੋਂ ਸਾਈਡ phloem ਪ੍ਰੈਜ਼ੈਂਟ ਐਂਡ ਸੈਂਟਰ ਦੇ ਵਿੱਚ ਕੀ ਹੈ, xylem। ਸੋ ਇਦਾਂ ਦੇ ਵੈਸਕੂਲਰ ਬੰਡਲਸ ਨੂੰ ਆਪਾਂ ਬਾਈਕੋਲੈਟਰਲ ਬੋਲਦੇ ਹਾਂ। Next is bicollateral vascular bundles occur characteristically in। So ਕੀ ਆਏਗਾ ਦੇਖੋ, ਸੋਲੇਨੇਸੀ, ਫੈਬੀਏਸੀ, ਕੁਕਰਬਿਟੇਸੀ ਜਾਂ ਬ੍ਰਾਸਿਕੇਸੀ। ਵੈਸੇ ਮੈਂ ਇਮੇਜ ਲਗਾਤੀ ਹੈ ਨਾ, ਇਮੇਜ ਤੋਂ ਹੀ ਤੁਹਾਨੂੰ ਆਈਡੀਆ ਲੱਗ ਜਾਏਗਾ ਕਿ ਕੀ ਆਂਸਰ ਆਣਾ ਹੈ। ਚਲੋ ਕੋਈ ਨਹੀਂ। ਤਾਂ ਦੇਖੋ ਜਿਹੜੇ ਆਪਾਂ ਹੁਣੇ ਵੈਸਕੂਲਰ ਬੰਡਲਸ ਪੜ੍ਹ ਕੇ ਆਏ ਆ ਬਾਈਕੋਲੈਟਰਲ, ਉਹ ਕਿਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ, ਕਿਹੜੀ ਫੈਮਿਲੀ ਚੋਂ ਪ੍ਰੈਜ਼ੈਂਟ ਹੁੰਦੇ ਆ। ਤਾਂ ਇਮੇਜ ਤੋਂ ਕੀ ਲੱਗ ਰਿਹਾ ਤੁਹਾਨੂੰ, ਕੁਕੰਬਰਸ ਬਣੇ ਹੋਏ ਆ। ਸੋ ਕੁਕਰਬਿਟੇਸੀ ਜੋ ਫੈਮਿਲੀ ਹੈ ਉਹਦੇ ਵਿੱਚ ਕੀ ਆਉਂਦਾ, ਕੁਕੰਬਰ, ਬਿਟਰ ਗੋਰਡ ਮਤਲਬ ਕਿ ਕਰੇਲਾ। ਸੋ ਇਹਨਾਂ ਦੇ ਜੋ ਵੈਸਕੂਲਰ ਬੰਡਲਸ ਹੁੰਦੇ ਆ ਉਹ ਬਾਈਕੋਲੈਟਰਲ ਹੁੰਦੇ, ਇਹ ਇਹਨਾਂ ਦਾ ਖਾਸ ਫੀਚਰ ਹੈ। ਓਕੇ, ਨੈਕਸਟ ਇਨ ਰੂਟਸ ਲੇਟਰਲ ਰੂਟਸ ਓਰੀਜਿਨੇਟ ਫਰੋਮ। ਅੱਛਾ, ਮੰਨ ਲਓ ਆ ਰੂਟ ਹੈ, ਠੀਕ ਹੈ, ਇਹ ਤਾਂ ਪ੍ਰਾਇਮਰੀ ਰੂਟ ਹੋ ਗਈ। ਹੁਣ ਇਹਦੀ ਜੋ ਸਾਈਡਸ ਤੋਂ ਰੂਟਸ ਆਉਂਦੀਆਂ ਉਹਨੂੰ ਆਪਾਂ ਕੀ ਬੋਲਦੇ ਹਾਂ, ਲੇਟਰਲ ਰੂਟਸ। ਸੋ ਇਹ ਕਿਹੜੇ ਪਾਰਟ ਤੋਂ ਓਰੀਜਿਨੇਟ ਹੋ ਰਹੀਆਂ, ਮਤਲਬ ਅਗਰ ਆਪਾਂ ਰੂਟ ਨੂੰ ਇੱਦਾਂ ਕੱਟ ਕੇ ਦੇਖੀਏ ਤਾਂ ਆਪਾਂ ਜੋ ਇੱਦਾਂ ਸਰਕਲ ਬਣੇਗਾ ਨਾ, ਇੱਕ ਸਰਕਲ ਨੂੰ ਅਗਰ ਤੁਸੀਂ ਮਾਈਕਰੋਸਕੋਪ ਥੱਲੇ ਅਬਜ਼ਰਵ ਕਰੋਗੇ ਤਾਂ ਤੁਹਾਨੂੰ ਕੁਝ ਪਾਰਟਸ ਦਿਖਣਗੇ ਰੂਟ ਦੇ। ਤਾਂ ਉਹ ਪਾਰਟਸ ਇਹ ਵਾਲੇ ਹੁੰਦੇ ਆ। ਦੇਖੋ ਸਭ ਤੋਂ ਬਾਹਰ ਵਾਲੀ ਲੇਅਰ ਨੂੰ ਆਪਾਂ ਕੀ ਬੋਲਦੇ ਹਾਂ, ਐਪੀਡਰਮਿਸ, ਠੀਕ ਹੈ। ਉਹਦੇ ਅੰਦਰ ਵਾਲੀ ਜੋ ਵੀ ਹੈ ਲਾਈਟ ਕਲ ਸ਼ੇਡ ਦੇ ਸੈਲਸ ਹੈ, ਇਹ ਸਾਰੇ ਕੀ ਹੈ, ਕੋਰਟੈਕਸ ਹੈ। ਉਸ ਤੋਂ ਬਾਅਦ ਜੋ orange ਕਲਰ ਦੀ ਰਿੰਗ ਹੈ ਉਹ ਕੀ ਹੈ, ਐਂਡੋਡਰਮਿਸ। ਐਂਡੋਡਰਮਿਸ ਤੋਂ ਬਿਲਕੁਲ ਇੱਕ ਅੰਦਰ ਵਾਲੀ ਯੈਲੋ ਕਲਰ ਦੀ ਜੋ ਲੇਅਰ ਹੈ, ਸਿਰਫ ਸਿੰਗਲ ਵਾਲੀ ਲੇਅਰ, ਉਹ ਕੀ ਹੁੰਦੀ ਹੈ, ਪੈਰੀਸਾਈਕਲ। ਓਕੇ, ਉਹ ਹੁੰਦੀ ਹੈ ਪੈਰੀਸਾਈਕਲ। ਦੈਨ ਉਸ ਤੋਂ ਬਾਅਦ ਜੋ ਰੈੱਡ ਕਲਰ ਦਾ ਦਿਖਾਇਆ ਹੋਇਆ ਹੈ ਦੈਟ ਇਜ਼ ਪ੍ਰਾਇਮਰੀ xylem। ਜੋ ਪਰਪਲ ਕਲਰ ਦਾ ਹੈ ਉਹ ਕੀ ਹੈ, phloem। ਉਸ ਤੋਂ ਬਾਅਦ xylem ਤੇ phloem ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਹੈ, ਵੈਸਕੂਲਰ ਕੈਂਬੀਅਮ, ਠੀਕ ਹੈ। ਸੋ ਇਹ ਜੋ ਰੂਟ ਹੇਅਰਸ ਹੈ ਇਹ ਕਿਹੜੇ ਪਾਰਟ ਤੋਂ ਓਰੀਜਿਨੇਟ ਹੋ ਰਹੇ ਹੈ,
ਪਿਕਚਰ 'ਚ ਦੇਖ ਕੇ ਨਹੀਂ ਜੱਜ ਕਰਨਾ। ਵੈਸੇ ਸਾਇੰਟੀਫਿਕਲੀ ਕਿਹੜੇ ਪਾਰਟ ਤੋਂ ਓਰੀਜਿਨੇਟ ਹੁੰਦੇ ਆ? ਪੈਰੀਸਾਈਕਲ, ਠੀਕ ਹੈ। ਸੋ ਇਹ ਜੋ ਪੈਰੀਸਾਈਕਲ ਹੈ ਇਹੀ ਰੂਟ ਨੂੰ ਬਾਹਰ ਤੱਕ ਲੈ ਕੇ ਆਉਂਦਾ ਹੈ। ਸੋ ਲੇਟਰਲ ਰੂਟਸ ਕਿਹੜੇ ਪਾਰਟ ਤੋਂ ਓਰੀਜਿਨੇਟ ਹੁੰਦੇ ਆ? ਪੈਰੀਸਾਈਕਲ। ਓਕੇ, ਨੈਕਸਟ ਇਜ਼ the vascular bundles in leaves are surrounded by। ਓਕੇ, ਜਿਹੜੇ ਵੈਸਕੂਲਰ ਬੰਡਲ ਹੁੰਦੇ ਆ ਲੀਵਸ ਦੇ ਵਿੱਚ, ਠੀਕ ਹੈ, ਉਹ ਜਿਹੜੇ ਵੈਸਕੂਲਰ ਬੰਡਲਸ ਆ ਉਹਦੇ ਬਾਹਰ ਨਾ ਇੱਕ ਸ਼ੀਥ ਪ੍ਰੈਜ਼ੈਂਟ ਹੁੰਦੀ ਹੈ। ਕਿਹੜੀ ਸ਼ੀਥ? ਬੰਡਲ ਸ਼ੀਥ। ਬੰਡਲ ਸ਼ੀਥ ਇਜ਼ ਪ੍ਰੈਜ਼ੈਂਟ ਅਰਾਊਂਡ ਵੈਸਕੂਲਰ ਬੰਡਲਸ, ਠੀਕ ਹੈ। In a typical dicot stem, the vascular cambium originates from। okay, ਅੱਛਾ ਇੱਕ ਡਾਇਕੋਟ ਸਟੈਮ ਹੈ ਮੰਨ ਲਓ, ਠੀਕ ਹੈ। ਉਹਦੇ ਜੋ ਵੈਸਕੂਲਰ ਕੈਂਬੀਅਮ ਹੈ ਉਹ ਕਿੱਥੋਂ ਓਰੀਜਿਨੇਟ ਹੋ ਰਿਹਾ ਹੈ? ਵੈਸਕੂਲਰ ਕੈਂਬੀਅਮ ਪੂਰੀ ਰਿੰਗ ਹੁੰਦੀ ਹੈ, ਠੀਕ ਹੈ। ਇਹਦੇ ਵਿੱਚ ਤੁਹਾਨੂੰ ਪੂਰੀ ਰਿੰਗ ਦਿਖ ਰਹੀ ਹੈ, ਅੰਦਰ ਵਾਲੇ ਪਾਸੇ ਆ ਬਲੈਕ ਕਲਰ ਵਾਲੀ ਰਿੰਗ ਹੈ ਪੂਰੀ। ਇਹ ਕਿੱਥੋਂ ਓਰੀਜਿਨੇਟ ਹੋ ਰਹੀ ਹੈ? ਦੇਖੋ ਜੋ ਵੈਸਕੂਲਰ ਬੰਡਲ ਹੈ ਨਾ ਇੱਦਾਂ ਕਰਕੇ, ਉਹਦੇ ਸੈਂਟਰ 'ਚ ਇੱਕ ਬਲੈਕ ਕਲਰ ਦੀ ਲਾਈਨ ਹੈ। ਉਹ ਤਾਂ ਜੋ ਹੈ ਉਹ ਵਾਲਾ ਕਿਹੜਾ ਕੈਂਬੀਅਮ ਹੈ? ਫੈਸੀਕੂਲਰ ਕੈਂਬੀਅਮ। ਫੈਸੀਕੂਲਰ ਕੈਂਬੀਅਮ, ਠੀਕ ਹੈ। ਹੁਣ ਇੱਕ ਵੈਸਕੂਲਰ ਬੰਡਲ, ਦੂਸਰਾ ਵੈਸਕੂਲਰ ਬੰਡਲ, ਉਹਦੇ ਵਿੱਚ ਇਹ ਤਾਂ ਹੋ ਗਿਆ ਫੈਸੀਕੂਲਰ ਕੈਂਬੀਅਮ। ਹੁਣ ਫੈਸੀਕੂਲਰ ਕੈਂਬੀਅਮ ਦੋਨਾਂ ਨੂੰ ਜਿਹੜੀ ਲਾਈਨ ਜੁਆਇਨ ਕਰ ਰਹੀ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ? ਇੰਟਰਫੈਸੀਕੂਲਰ ਕੈਂਬੀਅਮ। ਤਾਂ ਇਮੇਜ ਤੁਸੀਂ ਦੇਖ ਸਕਦੇ ਹੋ, ਹਾਂਜੀ ਦੇਖੋ ਹੁਣ ਇਮੇਜ ਦੇ ਵਿੱਚ ਇੰਟਰਫੈਸੀਕੂਲਰ ਕੈਂਬੀਅਮ ਤੇ ਫੈਸੀਕੂਲਰ ਕੈਂਬੀਅਮ ਕਲੀਅਰ ਹੈ। ਸੋ ਇਹ ਦੋ ਕੈਂਬੀਅਮ ਨੂੰ ਜਿਹੜੇ ਜੁਆਇਨ ਕਰ ਰਿਹਾ ਉਹ ਕਿਹੜੀ ਹੈ? ਇੰਟਰਫੈਸੀਕੂਲਰ ਕੈਂਬੀਅਮ। ਸੋ ਇਹਦਾ ਆਨਸਰ ਕੀ ਆਏਗਾ? ਆਪਸ਼ਨ ਸੀ, ਫੈਸੀਕੂਲਰ ਐਂਡ ਇੰਟਰਫੈਸੀਕੂਲਰ ਕੈਂਬੀਅਮ। ਸੋ ਇਹ ਮਿਲ ਕੇ ਇੱਕ ਪੂਰੀ ਰਿੰਗ ਬਣ ਜਾਂਦੀ ਹੈ, ਤਾਂ ਪੂਰੀ ਰਿੰਗ ਨੂੰ ਆਪਾਂ ਕੀ ਕਹਿੰਦੇ ਆ? ਵੈਸਕੂਲਰ ਕੈਂਬੀਅਮ, ਰਾਈਟ। ਨੈਕਸਟ, ਵਿਚ ਟਿਸ਼ੂ ਕੰਟਰੀਬਿਊਟਸ ਮੋਸਟ ਟੂ ਵੂੰਡ ਹੀਲਿੰਗ। ਇਹ ਹੀਲਿੰਗ ਵਰਡ ਆਪਾਂ ਹੁਣੇ ਪੜ੍ਹ ਕੇ ਆਏ ਆ ਨਾ, ਯਾਦ ਹੋਵੇ ਤੁਹਾਨੂੰ ਤਾਂ। ਵੂੰਡ ਹੋ ਗਿਆ, ਕੋਈ ਜ਼ਖਮ ਹੋ ਗਿਆ ਪਲਾਂਟ ਨੂੰ, ਤਾਂ ਕੌਣ ਹੀਲ ਕਰਦਾ? ਕਿਹੜਾ ਟਿਸ਼ੂ ਹੀਲ ਕਰਦਾ? ਪੇਰਨਕਾਈਮਾ ਹੀਲ ਕਰਦਾ, ਠੀਕ ਹੈ। ਪੇਰਨਕਾਈਮਾ ਹੀਲ ਕਰਦਾ। ਅਗਰ ਕੋਈ ਐਨੀਮਲ ਆ ਕੇ ਪਲਾਂਟ ਨੂੰ ਖਾ ਜਾਂਦਾ ਤਾਂ ਹੌਲੀ ਹੌਲੀ ਉਹ ਠੀਕ ਹੋ ਜਾਂਦਾ ਏਰੀਆ। ਓਕੇ, ਨੈਕਸਟ, ਬਲੀਫਾਰਮ ਸੈਲਸ ਆਰ ਇੰਪੋਰਟੈਂਟ ਬਿਕੋਜ਼ ਦੇ। ਤਾਂ ਬਲੀਫਾਰਮ ਸੈਲਸ ਕੀ ਹੁੰਦੇ ਆ? ਇਹ ਨਾ ਮੋਨੋਕॉट ਲੀਫ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਸੋ ਲੀਵਸ ਹੈ ਨਾ ਜੋ, ਅਗਰ ਉਹਨੂੰ ਪਤਾ ਲੱਗ ਜੇ ਕਿ ਮੇਰੇ ਕੋਲ ਪਾਣੀ ਦੀ ਕਮੀ ਹੈ, ਠੀਕ ਹੈ, ਪਲਾਂਟ ਦੇ ਆਸ-ਪਾਸ ਪਾਣੀ ਦੀ ਕਮੀ ਹੋ ਰਹੀ ਹੈ, ਤਾਂ ਇਹ ਕੀ ਕਰਦੀ ਹੈ? ਜੋ ਲੀਵਸ ਹੁੰਦੀਆਂ ਉਹ ਫੋਲਡ ਹੋ ਜਾਂਦੀਆਂ। ਫੋਲਡ ਹੋ ਜਾਣਗੀਆਂ ਤਾਂ ਟਰਾਂਸਪੀਰੇਸ਼ਨ ਨਹੀਂ ਹੋਏਗੀ, ਹੈ ਨਾ, ਮਤਲਬ ਉਹਦੇ 'ਚੋਂ ਵਾਟਰ ਲੋਸ ਨਹੀਂ ਹੋਏਗਾ ਕਿਉਂਕਿ ਪਾਣੀ ਪਹਿਲਾਂ ਹੀ ਘੱਟ ਹੈ। ਅਗਰ ਜਿਹੜਾ ਪਲਾਂਟ ਦੇ ਅੰਦਰ ਪਾਣੀ ਅਗਰ ਉਹ ਵੀ ਬਾਹਰ ਆ ਗਿਆ ਤਾਂ ਪਲਾਂਟ ਖਰਾਬ ਹੋ ਜਾਏਗਾ। ਸੋ ਬਲੀਫਾਰਮ ਜੋ ਸੈਲਸ ਹੈ ਨਾ ਉਹ ਕੀ ਕਰਦੇ ਆ? ਉਹ ਟਰਾਂਸਪੀਰੇਸ਼ਨ ਨੂੰ ਰਿਡਿਊਸ ਕਰ ਦਿੰਦੇ ਆ ਬਾਏ ਲੀਫ ਰੋਲਿੰਗ। ਇਹ ਹੈਲਪ ਕਰਦੇ ਆ ਲੀਫ ਨੂੰ ਰੋਲ ਕਰਨ ਦੇ ਵਿੱਚ ਕਿ ਰੋਲ ਹੋ ਕੇ ਟਰਾਂਸਪੀਰੇਸ਼ਨ ਨਹੀਂ ਹੋਏਗੀ ਤਾਂ ਪਲਾਂਟ ਡਰਾਈ ਹੋਣ ਤੋਂ ਬਚ ਜਾਏਗਾ। ਓਕੇ, ਨੈਕਸਟ, ਇਨ ਡਾਇਕॉट ਰੂਟਸ ਜ਼ਾਈਲਮ ਇਜ਼ ਜਨਰਲੀ। ਤਾਂ ਡਾਇਕॉट ਜੋ ਰੂਟਸ ਹੁੰਦੀਆਂ ਹੈ ਉਹਦੇ ਵਿੱਚ ਜੋ ਜ਼ਾਈਲਮ ਹੈ ਉਹ ਕਿੱਦਾਂ ਦਾ ਹੁੰਦਾ ਹੈ? ਐਗਜ਼ਾਰਕ ਹੁੰਦਾ ਹੈ, ਐਂਡਾਰਕ ਹੁੰਦਾ ਹੈ, ਜਾਂ ਮੀਜ਼ਾਰਕ ਹੁੰਦਾ ਹੈ, ਜਾਂ ਪੋਲੀਆਰਕ ਹੁੰਦਾ ਹੈ? ਹਾਂਜੀ, ਸੋ ਐਗਜ਼ਾਰਕ ਕੰਡੀਸ਼ਨ ਹੁੰਦੀ ਹੈ ਜਿਹਦੇ ਵਿੱਚ ਸੈਂਟਰ ਦੇ ਵਿੱਚ ਪ੍ਰੈਜ਼ੈਂਟ ਹੈ ਮੈਟਾਜ਼ਾਈਲਮ। ਮੀਨਸ ਜੋ ਵੈਸਕੂਲਰ ਬੰਡਲਸ ਹੈ ਨਾ ਉਹਦੇ ਸੈਂਟਰ ਦੇ ਵਿੱਚ ਮੈਟਾਜ਼ਾਈਲਮ ਹੈ ਤੇ ਬਾਹਰ ਵਾਲੇ ਪਾਸੇ ਪ੍ਰੋਟੋਜ਼ਾਈਲਮ। ਦੇਖੋ ਮੈਟਾਜ਼ਾਈਲਮ ਤੇ ਪ੍ਰੋਟੋਜ਼ਾਈਲਮ ਕੀ ਹੈ? ਪ੍ਰੋਟੋਜ਼ਾਈਲਮ ਹੈ ਜੋ ਪਹਿਲਾਂ ਬਣਦਾ ਹੈ, ਠੀਕ ਹੈ। ਮੀਨਸ ਜ਼ਾਈਲਮ ਵੀ ਤਾਂ ਡਿਵਾਈਡ ਕਰਦਾ ਨਾ। ਜਿਹੜਾ ਪੁਰਾਣਾ ਜ਼ਾਈਲਮ ਹੈ ਉਹ ਹੁੰਦਾ ਪ੍ਰੋਟੋਜ਼ਾਈਲਮ, ਜਿਹੜਾ ਨਵਾਂ ਜ਼ਾਈਲਮ ਬਣ ਰਿਹਾ ਹੈ ਉਹ ਹੁੰਦਾ ਮੈਟਾਜ਼ਾਈਲਮ। ਸੋ ਅਗਰ ਨਵਾਂ ਵਾਲਾ ਜ਼ਾਈਲਮ ਯਾਨੀ ਕਿ ਮੈਟਾਜ਼ਾਈਲਮ ਸੈਂਟਰ ਦੇ ਵਿੱਚ ਹੈ ਤਾਂ ਉਹ ਕੰਡੀਸ਼ਨ ਹੁੰਦੀ ਹੈ ਐਗਜ਼ਾਰਕ, ਠੀਕ ਹੈ। ਅਗਰ ਪੁੱਠਾ ਹੋਇਆ ਤਾਂ ਹੁੰਦੀ ਹੈ ਐਂਡਾਰਕ। ਤਾਂ ਆਪਾਂ ਪਿਕਚਰ 'ਚ ਦੇਖੀਏ। ਸੋ ਐਂਡਾਰਕ ਕੰਡੀਸ਼ਨ ਕਿਹੜੀ ਹੈ? ਜਦੋਂ ਪ੍ਰੋਟੋਜ਼ਾਈਲਮ ਮਤਲਬ ਕਿ ਪੁਰਾਣਾ ਵਾਲਾ ਜ਼ਾਈਲਮ ਸੈਂਟਰ ਦੇ ਵਿੱਚ ਹੈ ਐਂਡ ਨਵਾਂ ਵਾਲਾ ਜ਼ਾਈਲਮ ਬਾਹਰ ਹੈ, ਮੈਟਾਜ਼ਾਈਲਮ, ਉਹ ਹੁੰਦੀ ਹੈ ਐਂਡਾਰਕ। ਐਗਜ਼ਾਰਕ ਦੇ ਵਿੱਚ ਕੀ ਸੈਂਟਰ 'ਚ ਹੁੰਦਾ? ਮੈਟਾਜ਼ਾਈਲਮ ਸੈਂਟਰ 'ਚ ਹੁੰਦਾ ਐਂਡ ਪ੍ਰੋਟੋਜ਼ਾਈਲਮ ਬਾਹਰ ਵਾਲੇ ਪਾਸੇ ਹੁੰਦਾ ਹੈ। ਸੋ ਕੁਐਸਚਨ 'ਚ ਆਪਣੇ ਤੋਂ ਕੀ ਪੁੱਛਿਆ ਹੈ? ਡਾਇਕॉट ਰੂਟਸ ਦੇ ਵਿੱਚ ਜ਼ਾਈਲਮ ਕਿੱਦਾਂ ਦਾ ਹੁੰਦਾ? ਐਗਜ਼ਾਰਕ ਹੁੰਦਾ ਕਿ ਐਂਡਾਰਕ ਹੁੰਦਾ? ਸੋ ਐਗਜ਼ਾਰਕ ਹੁੰਦਾ। ਆਪਸ਼ਨ ਏ ਇਜ਼ ਕਰੈਕਟ ਆਨਸਰ। ਰੂਟਸ ਦੇ ਵਿੱਚ ਐਗਜ਼ਾਰਕ ਹੁੰਦਾ, ਯਾਦ ਰੱਖਣਾ। ਤੇ ਅਗਰ ਲੀਫ ਪੁੱਛ ਲੈਣ ਤੁਹਾਡੇ ਤੋਂ ਤਾਂ ਲੀਵਸ ਦੇ ਵਿੱਚ ਐਂਡਾਰਕ ਹੁੰਦਾ। ਓਕੇ, ਨੈਕਸਟ, ਵਾਟਰ ਕੰਡਕਸ਼ਨ ਇਨ ਜਿਮਨੋਸਪਰਮਸ ਮੇਨਲੀ ਅਕਰਸ ਥਰੂ। ਜਿਮਨੋਸਪਰਮਸ ਕਿਹੜੇ ਹੁੰਦੇ ਆ? ਜਿਨ੍ਹਾਂ ਦਾ ਸੀਡ ਨੇਕਡ ਹੁੰਦਾ, ਠੀਕ ਹੈ। ਜਿਮਨੋ ਮੀਨਸ ਨੇਕਡ, ਸਪਰਮਾ ਮੀਨਸ ਸੀਡ। ਸੋ ਨੇਕਡ ਸੀਡ ਹੁੰਦਾ ਜਿਨ੍ਹਾਂ ਦਾ, ਉਹ ਹੁੰਦੇ ਆ ਜਿਮਨੋਸਪਰਮਸ। ਉਹਨਾਂ ਦੇ ਵਿੱਚ ਵਾਟਰ ਕੰਡਕਸ਼ਨ ਕੌਣ ਕਰਦਾ ਹੈ? ਤਾਂ ਜੇ ਤੁਸੀਂ ਜਿਮਨੋਸਪਰਮਸ ਬਾਰੇ ਪੜ੍ਹਿਆ ਤਾਂ ਤੁਹਾਨੂੰ ਪਤਾ ਹੋਏਗਾ, ਉਹਦੇ ਵਿੱਚ ਆਪਾਂ ਇੱਕ ਫੀਚਰ ਪੜ੍ਹਦੇ ਹਾਂ ਕਿ ਵੈਸਲਸ ਆਰ ਐਬਸੈਂਟ ਇਨ ਜਿਮਨੋਸਪਰਮਸ। ਵਾਟਰ ਕੰਡਕਸ਼ਨ ਟ੍ਰੈਕੀਡਸ ਤੇ ਵੈਸਲਸ ਮਿਲ ਕੇ ਕਰਦੇ ਆ। ਸੋ ਹੁਣ ਵੈਸਲਸ ਹੈ ਹੀ ਨਹੀਂ ਅਗਰ ਜਿਮਨੋਸਪਰਮਸ ਦੇ ਵਿੱਚ, ਤਾਂ ਵਾਟਰ ਕੰਡਕਸ਼ਨ ਕੌਣ ਕਰੇਗਾ? ਟ੍ਰੈਕੀਡਸ ਕਰਨਗੇ, ਰਾਈਟ।
सो ऑप्शन बी आएगा 10th MCQ। नेक्स्ट क्वेश्चन है विच ऑफ द फॉलोइंग टिश्यूज हैज़ हाईएस्ट मैकेनिकल स्ट्रेंथ। हाँ जी, सो हाईएस्ट मैकेनिकल स्ट्रेंथ किदी होएगी, पेरेनकाइमा, पॉलेनकाइमा, स्क्लेरेनकाइमा फाइबर्स या क्लोरेनकाइमा। सो ਇਹਦਾ आंसर ਤੁਸੀਂ ਮੈਨੂੰ ਕਮੈਂਟਸ 'ਚ ਦੇਣਾ ਬਿਕੋਜ਼ ਇਹ ਕੁਐਸਚਨ ਬਹੁਤ ਈਜ਼ੀ ਹੈ। ਨੈਕਸਟ ਕੁਐਸਚਨ ਹੈ ਦ ਲਿਵਿੰਗ ਕੰਪੋਨੈਂਟ ਆਫ ਜ਼ਾਈਲਮ ਇਜ਼। ਸੋ ਜ਼ਾਈਲਮ ਦਾ ਜੋ ਲਿਵਿੰਗ ਕੰਪੋਨੈਂਟ ਹੁੰਦਾ ਉਹ ਕਿਹੜਾ ਹੁੰਦਾ। ਜ਼ਾਈਲਮ ਦੇ 4 ਕੰਪੋਨੈਂਟਸ ਕਿਹੜੇ ਕਿਹੜੇ ਹੁੰਦੇ ਆ, ਟ੍ਰੈਕੀਡਸ, ਵੈਸਲਸ, ਜ਼ਾਈਲਮ ਫਾਈਬਰਸ ਤੇ ਜ਼ਾਈਲਮ ਪੇਰਨਕਾਈਮਾ। ਇਹਦੇ ਵਿੱਚੋਂ ਇੱਕੋ ਹੀ ਕੰਪੋਨੈਂਟ ਹੈ ਜਿਹੜਾ ਲਿਵਿੰਗ ਹੈ ਐਂਡ ਇਹਦਾ ਆਂਸਰ ਤੁਸੀਂ ਮੈਨੂੰ ਕਮੈਂਟਸ 'ਚ ਦੇਣਾ ਓਕੇ। ਆਈ ਹੋਪ ਤੁਹਾਨੂੰ ਸਾਰਾ ਸਮਝ ਆ ਗਿਆ ਹੋਏਗਾ। ਅਗਰ ਤੁਹਾਨੂੰ ਕਿਸੇ ਪਰਟੀਕੂਲਰ ਟੌਪਿਕ 'ਤੇ ਵੀਡੀਓ ਚਾਹੀਦੀ ਹੈ ਤੁਸੀਂ ਮੈਨੂੰ ਕਮੈਂਟ 'ਚ ਦੱਸ ਸਕਦੇ ਹੋ। ਐਟ ਦਾ ਐਂਡ ਮੈਂ ਇਹੀ ਕਹੂੰਗੀ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਸਬਸਕ੍ਰਾਈਬ ਟੂ। ਥੈਂਕ ਯੂ ਵੈਰੀ ਮਚ।